ਸਾਰਿਆਂ ਨੂੰ ਯਿਸੂ ਮਸੀਹ ਦੀ ਆਮਦ ਦੀ ਰੂਹਾਨੀ ਯਾਤਰਾ ਵਿੱਚ ਸਭ ਨੂੰ ਸਵਾਗਤ ਹੈ। ਅੱਜ ਦੇ ਅੰਜੀਲ ਸੰਤ ਲੂਕਾ ਦੇ ਅਨੁਸਾਰ ਉਸ ਦਾ 10ਵਾਂ ਅਧਿਆਇ ਦਾ 21 ਤੋਂ 24 ਤੱਕ ਹੈ। ਅੰਜੀਲ ਦੇ ਵਿੱਚ ਅਸੀਂ ਸੁਣਦੇ ਹਾਂ, ਉਸੇ ਵੇਲੇ ਯਿਸੂ ਨੂੰ ਪਵਿੱਤਰ ਆਤਮਾ ਨੇ ਖੁਸ਼ੀ ਨਾਲ ਭਰ ਦਿੱਤਾ ਅਤੇ ਯਿਸੂ ਖੁਦਾ ਬਾਪ ਦੇ ਧੰਨਵਾਦ ਕਰਦਾ ਹੈ। ਇਹ ਇਸ ਲਈ ਕਿ ਖੁਦਾ ਬਾਪ ਆਪਣੇ ਭੇਦਾਂ ਨੂੰ ਬੁੱਧੀਮਾਨਾਂ ਅਤੇ ਗਿਆਨੀਆਂ ਕੋਲੋਂ ਗੁਪਤ ਰੱਖ ਕੇ ਸਧਾਰਨ ਲੋਕਾਂ ਦੇ ਉੱਤੇ ਪ੍ਰਗਟ ਕੀਤਾ। ਅਸੀਂ ਹਮੇਸ਼ਾ ਇਹ ਚਾਹੁੰਦਾ ਹੈ ਕਿ ਅਸੀਂ ਖੁਸ਼ ਰਹੀਏ। ਪ੍ਰਭੂ ਯਿਸੂ ਵੀ ਇਸ ਸਮੇਂ ਅੰਜੀਲ ਦੇ ਰਾਹੀਂ ਸਾਡੇ ਸਾਹਮਣੇ ਇਹੀ ਪ੍ਰਗਟ ਕਰਦਾ ਹੈ ਕਿ ਪ੍ਰਭੂ ਯਿਸੂ ਖੁਸ਼ ਹੁੰਦਾ ਹੈ। ਉਹ ਸਿਰਫ ਖੁਸ਼ ਨਹੀਂ, ਪਵਿੱਤਰ ਆਤਮਾ ਵਿੱਚ ਖੁਸ਼ ਹੁੰਦਾ ਹੈ। ਇਹ ਫਰਕ ਹੈ। ਅਸੀਂ ਤਾਂ ਖੁਸ਼ ਹੁੰਦਾ ਹੈ ਜਦੋਂ ਸਾਡੀਆਂ ਇੱਛਾਵਾਂ ਪੂਰਾ ਹੁੰਦੀਆਂ, ਜੇ ਜਿਸ ਤਰ੍ਹਾਂ ਅਸੀਂ ਚਾਹੁੰਦਾ ਹੈ ਉਸੇ ਤਰ੍ਹਾਂ ਲੋਕ ਸਾਨੂੰ ਸਲਾਮ ਕਹਿੰਦੇ ਹੋ, ਸ਼ਾਬਾਸ਼ ਕਹਿੰਦੇ ਹੋ, ਤਾਂ ਅਸੀਂ ਖੁਸ਼ ਹੁੰਦਾ ਹੈ। ਪਰ ਖੁਸ਼ ਰਹਿਣਾ ਅਤੇ ਪਵਿੱਤਰ ਆਤਮਾ ਵਿੱਚ ਖੁਸ਼ ਰਹਿਣਾ, ਉਹਦੇ ਵਿੱਚ ਫਰਕ ਹੈ। ਉਹ ਅਸੀਂ ਦੇਖਾਂਗੇ ਕਿ ਕਿਵੇਂ ਅਸੀਂ ਪਵਿੱਤਰ ਆਤਮਾ ਵਿੱਚ ਖੁਸ਼ ਰਹਿਣਾ ਹੈ। ਇੱਥੇ ਪ੍ਰਭੂ ਯਿਸੂ ਚੇਲਿਆਂ ਦੇ ਲਈ ਖੁਦਾ ਬਾਪ ਦੇ ਅੱਗੇ ਧੰਨਵਾਦ ਕਰਦੇ ਹੋਏ ਪਵਿੱਤਰ ਆਤਮਾ ਵਿੱਚ ਖੁਸ਼ ਰਹਿੰਦਾ ਹੈ। ਜੇਕਰ ਅਸੀਂ ਇਸ 21ਵਾਂ ਐਤ ਤੋਂ ਉੱਪਰ ਵਾਲਾ ਜਿਹੜੇ ਐਤ ਹੈ ਅਸੀਂ ਉਹ ਪੜ੍ਹ ਕੇ ਦੇਖੋਗੇ ਤਾਂ ਸਾਨੂੰ ਪਤਾ ਲੱਗੇਗਾ ਕਿ ਪ੍ਰਭੂ ਯਿਸੂ 72 ਚੇਲਿਆਂ ਨੂੰ ਪ੍ਰਚਾਰ ਕਰਨ ਦੇ ਲਈ ਭੇਜਦਾ ਹੈ ਅਤੇ ਉਹ ਸਾਰੇ ਚੇਲੇ ਆਪਣੇ ਪ੍ਰਚਾਰ ਦਾ ਕੰਮ ਸਮਾਪਤ ਕਰਕੇ ਪ੍ਰਭੂ ਯਿਸੂ ਕੋਲ ਖੁਸ਼ੀ ਵਾਪਸ ਆਉਂਦਾ ਹੈ ਅਤੇ ਕਹਿੰਦਾ ਹੈ ਕਿ ਤੁਹਾਡੇ ਨਾਂ 'ਤੇ ਸ਼ੈਤਾਨ ਵੀ ਭੱਜ ਜਾਂਦਾ ਹੈ। ਸੋ ਇਹ ਸੁਣਦੇ ਹੋਏ ਪ੍ਰਭੂ ਯਿਸੂ ਆਪਣੇ ਸਵਰਗੀ ਖੁਦਾ ਬਾਪ ਨੂੰ ਧੰਨਵਾਦ ਦਿੰਦਾ ਹੈ ਕਿ ਹਾਂ ਖੁਦਾ ਬਾਪ, ਤੂੰ ਜੋ ਭੇਦ, ਜੋ ਸ਼ਕਤੀ, ਜੋ ਫਜ਼ਲ ਤੁਸੀਂ ਇਹਨਾਂ ਸਧਾਰਨ ਲੋਕਾਂ ਉੱਤੇ ਪ੍ਰਗਟ ਕੀਤਾ, ਉਸ ਦੇ ਲਈ ਮੈਂ ਤੇਰਾ ਧੰਨਵਾਦ ਕਰਦਾ ਹਾਂ। ਸੋ ਜਦੋਂ ਅਸੀਂ ਇਹ ਸੁਣਦਾ ਹੈ, ਅਸੀਂ ਆਮਦ ਦੇ ਸਮੇਂ ਵਿੱਚ ਵੀ ਹੈ, ਪ੍ਰਭੂ ਯਿਸੂ ਨੂੰ ਕ੍ਰਿਸਮਸ ਜਾਂ ਵੱਡੇ ਦਿਨ 'ਤੇ ਇੱਕ ਬਾਲਕ ਯਿਸੂ ਦੇ ਰੂਪ ਵਿੱਚ ਸਵੀਕਾਰ ਕਰਨੇ ਵਾਲਾ ਹੈ, ਯਾਨੀ ਪ੍ਰਭੂ ਯਿਸੂ ਸਾਡੇ ਜੀਵਨ ਦੇ ਵਿੱਚ ਆने ਵਾਲਾ ਹੈ। ਤਾਂ ਇਹ ਸਵਾਲ ਹੈ ਮੇਰੇ ਭਰਾਵੋ ਤੇ ਭੈਣੋ ਕਿ ਜਿਸ ਤਰ੍ਹਾਂ ਪ੍ਰਭੂ ਯਿਸੂ ਨੇ ਚੇਲਿਆਂ ਨੂੰ ਮੁੜ ਆਉਂਦੇ ਦੇਖਿਆ, ਪਵਿੱਤਰ ਆਤਮਾ ਵਿੱਚ ਖੁਸ਼ ਹੋ ਕੇ ਖੁਦਾ ਬਾਪ ਦੀ ਧੰਨਵਾਦ ਕੀਤਾ, ਜਦੋਂ ਕ੍ਰਿਸਮਸ ਦੇ ਦਿਨ 'ਤੇ ਬਾਲਕ ਪ੍ਰਭੂ ਯਿਸੂ ਸਾਡੇ ਜੀਵਨ ਦੇ ਵਿੱਚ ਆਓਗੇ, ਕੀ ਪ੍ਰਭੂ ਯਿਸੂ ਸਾਨੂੰ ਦੇਖ ਕੇ ਖੁਸ਼ ਹੋਵੇਗਾ? ਪਵਿੱਤਰ ਆਤਮਾ ਵਿੱਚ ਖੁਸ਼ ਹੋ ਕੇ ਖੁਦਾ ਬਾਪ ਦੇ ਧੰਨਵਾਦ ਕਰੇਗਾ? ਸੋ ਇਹ ਆਮਦ ਦੇ ਦਿਨ ਸਾਡੇ ਲਈ ਤਿਆਰੀਆਂ ਦਾ ਦਿਨ ਹੈ। ਜਿਸ ਤਰ੍ਹਾਂ ਅਸੀਂ ਜੀ ਰਹੇ ਸਾਂ ਉਹ ਸਾਰੇ ਹੁਣ ਅਸੀਂ ਅਲੱਗ ਰੱਖਾਂਗੇ। ਹੁਣ ਇੱਕ ਨਵੇਂ ਸਿਰਿਓਂ ਪ੍ਰਭੂ ਯਿਸੂ ਨੂੰ ਮਿਲਣ ਦੇ ਲਈ, ਪ੍ਰਭੂ ਯਿਸੂ ਨੂੰ ਸਵੀਕਾਰ ਕਰਨ ਦੇ ਲਈ ਅਤੇ ਜਦੋਂ ਪ੍ਰਭੂ ਯਿਸੂ ਸਾਨੂੰ ਮਿਲੇਗਾ, ਪ੍ਰਭੂ ਯਿਸੂ ਖੁਸ਼ ਹੋਣ ਦੇ ਲਈ ਅਸੀਂ ਕਿਵੇਂ ਜੀਏ, ਉਹਦੇ ਬਾਰੇ ਮੈਂ ਤੁਹਾਡੇ ਨਾਲ ਕੁਝ ਗੱਲਾਂ ਸਾਂਝਾ ਕਰਨਾ ਚਾਹੁੰਦਾ ਹਾਂ। ਅਸੀਂ ਕਿਵੇਂ ਖੁਸ਼ ਰਹੀਏ? ਪਹਿਲੀ ਗੱਲ ਹੈ, ਅਸੀਂ ਆਪਣੇ ਜੀਵਨ ਦੇ ਵਿੱਚ ਖੁਸ਼ ਰਹਿਣ ਦੇ ਲਈ, ਪਵਿੱਤਰ ਆਤਮਾ ਵਿੱਚ ਖੁਸ਼ ਰਹਿਣ ਦੇ ਲਈ, ਜਿਸ ਤਰ੍ਹਾਂ ਚੇਲਿਆਂ ਨੇ ਕੀਤਾ ਉਸੇ ਤਰ੍ਹਾਂ ਕਰਨਾ। ਚੇਲਿਆਂ ਨੇ ਕੀ ਕੀਤਾ? ਚੇਲਿਆਂ ਨੇ ਪ੍ਰਭੂ ਯਿਸੂ ਨੂੰ ਅਤੇ ਉਹਨਾਂ ਦੀ ਸਿੱਖਿਆਵਾਂ ਨੂੰ ਸਵੀਕਾਰ ਕੀਤਾ। ਪ੍ਰਭੂ ਯਿਸੂ ਤੇ ਵਿਸ਼ਵਾਸ ਕਰਕੇ ਪ੍ਰਭੂ ਯਿਸੂ ਨੂੰ ਆਪਣੇ ਗੁਰੂ ਬਣਾਇਆ, ਆਪਣੇ ਖੁਦਾ ਬਣਾਇਆ ਅਤੇ ਆਪਣੇ ਰਾਹ ਵਿਖਾਉਣ ਵਾਲਾ ਸੱਚਾ ਸਰੋਤ ਬਣਾਇਆ, ਸ਼ਕਤੀ ਬਣਾਇਆ। ਜਦੋਂ ਅਸੀਂ ਵੀ ਆਪਣੇ ਆਪ ਨੂੰ ਪ੍ਰਭੂ ਯਿਸੂ ਦੇ ਚੇਲੇ ਬਣਾਵੋਗੇ, ਜ਼ਰੂਰ ਅਸੀਂ ਆਪਣੇ ਜੀਵਨ ਦੇ ਵਿੱਚ ਪਵਿੱਤਰ ਆਤਮਾ ਵਿੱਚ ਖੁਸ਼ ਰਹਿਣ ਦਾ ਪਹਿਲਾ ਕਦਮ ਉਠਾ ਸਕਦਾ ਹੈ, ਜਾਂ ਆਪਣੇ ਜੀਵਨ ਦੇ ਵਿੱਚ ਪਵਿੱਤਰ ਆਤਮਾ ਵਿੱਚ ਖੁਸ਼ ਰਹਿਣ ਦਾ ਦਰਵਾਜ਼ਾ ਖੋਲ੍ਹ ਸਕਦਾ ਹੈ। ਅਸੀਂ ਸੋਚ ਕੇ ਦੇਖ ਲਓ ਕਿ ਅਸੀਂ ਪ੍ਰਭੂ ਦੇ ਸੱਚੇ ਚੇਲੇ ਬਣ ਕੇ ਜੀਵਨ ਦਾ ਹੈ, ਜਾਂ ਐਤਵਾਰ ਦਾ ਦਿਨ ਅਸੀਂ ਪ੍ਰਭੂ ਦੇ ਚੇਲੇ ਬਣ ਜਾਂਦਾ ਹੈ, ਬਾਕੀਆਂ ਦਿਨਾਂ ਵਿੱਚ ਅਸੀਂ ਆਪਣੇ ਮਨ ਮਰਜ਼ੀ ਦੇ ਨਾਲ ਆਪਣੀਆਂ ਗੱਲਾਂ ਕੰਮਾਂ ਕਰਦੇ ਹੋਏ ਜੀਵਨ ਗੁਜ਼ਾਰਦਾ ਹੈ। ਪਰ ਚੇਲੇ ਉੱਦਾਂ ਨਹੀਂ ਸੀ। ਚੇਲੇ ਪ੍ਰਭੂ ਯਿਸੂ ਨੂੰ
ਆਪਣੇ ਗੁਰੂ ਮੰਨਦੇ ਹੋਏ ਸਦਾ ਉਹਨਾਂ ਦੇ ਨਾਲ ਰਿਹਾ। ਬਹੁਤ ਵਾਰੀ ਅਸੀਂ ਇਹ ਪੜ੍ਹ ਸਕਦਾ ਹੈ ਬਾਈਬਲ ਦੇ ਵਿੱਚ ਕਿ ਪ੍ਰਭੂ ਯਿਸੂ ਨੂੰ ਸੁਣਨ ਦੇ ਲਈ ਚੇਲੇ ਉਹਨਾਂ ਦੇ ਨਾਲ ਬੈਠੇ, ਉਹਨਾਂ ਦੇ ਸਾਹਮਣੇ ਬੈਠੇ। ਅਸੀਂ ਕਿੰਨੇ ਵਾਰੀ ਪ੍ਰਭੂ ਦੇ ਸਾਹਮਣੇ ਬੈਠਦਾ ਹੈ? ਹਾਂ, ਅਸੀਂ ਜ਼ਰੂਰ ਬੈਠਦਾ ਹੈ ਆਪਣੇ ਘਰ ਵਿੱਚ। ਕਿਸ ਦੇ ਸਾਹਮਣੇ? ਟੀਵੀ ਦੇ ਸਾਹਮਣੇ। ਅੱਜ ਕੱਲ੍ਹ ਟੀਵੀ ਵੀ ਘਰ ਦਾ ਇੱਕ ਕੋਨੇ ਵਿੱਚ ਰਹਿ ਗਿਆ। ਹੁਣ ਸਾਡੇ ਕੋਲ ਹੈ ਮੋਬਾਈਲ ਫੋਨ। ਮੋਬਾਈਲ ਫੋਨ ਦੇ ਸਾਹਮਣੇ ਅਸੀਂ ਦਿਨ ਰਾਤ ਬੈਠੇ ਰਹਿੰਦੇ ਹਾਂ ਅਤੇ ਉਹਦੇ ਰਾਹੀਂ ਉਹਦੇ ਵਿੱਚ ਜੋ ਵੀ ਅਸੀਂ ਵੇਖਦੇ ਹਾਂ ਉਹ ਸਾਨੂੰ ਕਦੀ ਵੀ ਪ੍ਰਭੂ ਯਿਸੂ ਦਾ ਚੇਲਾ ਨਹੀਂ ਬਣਾ ਸਕਦਾ। ਅਸੀਂ ਪ੍ਰਭੂ ਦੇ ਚੇਲਾ ਬਣਨ ਦੇ ਲਈ ਸਭ ਤੋਂ ਪਹਿਲਾਂ ਪ੍ਰਭੂ ਦੇ ਸਾਹਮਣੇ ਬੈਠਣਾ ਜ਼ਰੂਰੀ ਹੈ। ਉਹ ਭਾਵੇਂ ਤੁਸੀਂ ਆਪਣੇ ਘਰ ਵਿੱਚ ਬੈਠੋ, ਭਾਵੇਂ ਤੁਸੀਂ ਯੂਕਰਿਸਤੀ ਸੈਂਟਰਾਂ ਵਿੱਚ ਜਾ ਕੇ ਪਵਿੱਤਰ ਯੂਕਰਿਸਤ ਦੇ ਸਾਹਮਣੇ ਬੈਠੋ, ਜਾਂ ਆਪਣੇ ਪੈਰਿਸ਼ ਚਰਚਾਂ ਵਿੱਚ ਜਾ ਕੇ, ਜਾਂ ਪਿੰਡਾਂ ਵਿੱਚ ਜੋ ਵੀ ਚਾਪਲ ਹੈ ਉੱਥੇ ਜਾ ਕੇ ਬੈਠੋ ਅਤੇ ਪ੍ਰਾਰਥਨਾ ਕਰੋ। ਪ੍ਰਭੂ ਦਾ ਚੇਲਾ ਬਣਨ ਦੇ ਲਈ ਜਿਸ ਤਰ੍ਹਾਂ ਰਸੂਲਾਂ ਨੇ, ਚੇਲਿਆਂ ਨੇ ਪ੍ਰਭੂ ਦੇ ਨਾਲ ਰਿਹਾ, ਪ੍ਰਭੂ ਦੇ ਸਾਹਮਣੇ ਬੈਠੇ, ਉਹਨਾਂ ਦੇ ਪ੍ਰਚਾਰ ਸੁਣੇ, ਉਸੇ ਤਰ੍ਹਾਂ ਜਦੋਂ ਤੱਕ ਅਸੀਂ ਪ੍ਰਾਰਥਨਾਮਈ ਢੰਗ ਨਾਲ ਆਪਣੇ ਦਿਲ ਖੋਲ ਕੇ ਪ੍ਰਭੂ ਦੇ ਸਾਹਮਣੇ ਨਹੀਂ ਬੈਠੋਗੇ, ਅਸੀਂ ਪ੍ਰਭੂ ਦਾ ਚੇਲਾ ਨਹੀਂ ਬਣ ਸਕਦਾ। ਜਿਹੜੇ ਲੋਕ ਨਹੀਂ ਬੈਠਦਾ, ਸਾਨੂੰ ਪਤਾ ਹੈ ਉਹਨਾਂ ਦੇ ਜੀਵਨ ਕਿਸ ਤਰ੍ਹਾਂ ਗੁਜ਼ਾਰਦਾ ਹੈ। ਇੰਨੇ ਗੁੱਸੇ, ਲੜਾਈ ਝਗੜੇ, ਮੂੰਹ ਵਿੱਚੋਂ ਗੰਦੀਆਂ ਗਾਲੀਆਂ ਨਿਕਲਦਾ ਹੈ, ਘਰ ਵਿੱਚ ਕੋਈ ਸ਼ਾਂਤੀ ਨਹੀਂ। ਬਾਹਰ ਚਲੇ ਜਾਓ, ਬਿਨਾਂ ਕਾਰਨ ਕਿਸੇ ਦੇ ਨਾਲ ਲੜਾਈ ਝਗੜਾ ਕਰਕੇ ਵਾਪਸ ਆਉਂਦਾ ਹੈ, ਜਾਂ ਕਈ ਵਾਰ ਜੋ ਵੀ ਕਮਾਈ ਕਰਦਾ ਹੈ ਉਸ ਕਮਾਈ ਦਾ ਅੱਧਾ ਹਿੱਸਾ ਕੋਈ ਨਾ ਕੋਈ ਬੁਰੇ ਕੰਮ ਦੇ ਲਈ ਖਰਚਦਾ ਹੈ, ਜਾਂ ਚੰਗੀ ਸਿਹਤ ਹਾਸਲ ਕਰਨ ਦੇ ਲਈ ਉਹਦੇ 'ਤੇ ਖਰਚ ਹੁੰਦਾ ਹੈ। ਕੋਈ ਸ਼ਾਂਤੀ ਨਹੀਂ। ਪਰ ਚੇਲੇ ਪ੍ਰਭੂ ਯਿਸੂ ਦੇ ਨਾਲ ਰਹਿ ਕੇ ਸ਼ਾਂਤਮਈ ਜੀਵਨ ਗੁਜ਼ਾਰਿਆ। ਇਸ ਲਈ ਜਦੋਂ ਪ੍ਰਭੂ ਯਿਸੂ ਦੇ ਹੁਕਮ ਮੰਨਦੇ ਹੋਏ ਪ੍ਰਭੂ ਯਿਸੂ ਦੇ ਵਚਨਾਂ ਦਾ ਪ੍ਰਚਾਰ ਕਰਨ ਦੇ ਲਈ ਚੇਲੇ ਚਲੇ ਗਏ, ਖੁਦਾ ਬਾਪ ਉਹਨਾਂ ਨੂੰ ਆਪਣਾ ਫਸਲ ਦੇ ਦਿੱਤਾ ਅਤੇ ਉਹਨਾਂ ਦੇ ਰਾਹੀਂ ਚਮਤਕਾਰ ਵੀ ਕਰਵਾਏ। ਸੋ ਸਾਨੂੰ ਆਪਣੇ ਜੀਵਨ ਦੇ ਵਿੱਚ ਖੁਸ਼ ਰਹਿਣ ਦੇ ਲਈ ਕੀ ਕਰਨਾ ਚਾਹੀਦਾ ਹੈ? ਪ੍ਰਭੂ ਦੇ ਚੇਲਾ ਬਣਨਾ। ਪ੍ਰਭੂ ਦਾ ਚੇਲਾ ਬਣਨ ਦੇ ਲਈ ਸਭ ਤੋਂ ਪਹਿਲਾ ਕਦਮ ਪ੍ਰਾਰਥਨਾ ਕਰਦੇ ਹੋਏ ਪ੍ਰਭੂ ਦੇ ਸਾਹਮਣੇ ਬੈਠਣਾ। ਉਹਦੇ ਬਾਅਦ ਹਰ ਐਤਵਾਰ ਪਾਕ ਮਾਸੀ ਗੁਰਬਾਣੀ ਵਿੱਚ ਹਾਜ਼ਰ ਹੋਣਾ, ਪਾਕ ਸ਼ਰਾਕਤ ਲੈਣ ਵਾਲੇ ਭੈਣ ਭਰਾਵਾਂ ਪਾਕ ਸ਼ਰਾਕਤ ਨੂੰ ਭਗਤੀਪੂਰਵਕ ਸਵੀਕਾਰ ਕਰਨਾ, ਗ੍ਰਹਿਣ ਕਰਨਾ। ਤੋ ਜਦੋਂ ਪ੍ਰਭੂ ਯਿਸੂ ਸਾਡੇ ਜੀਵਨ ਦੇ ਵਿੱਚ, ਸਾਡੇ ਸਰੀਰ ਦੇ ਵਿੱਚ ਆਵੇਗਾ, ਸਾਡੇ ਦਿਮਾਗ ਦੇ ਵਿੱਚ ਵੀ, ਦਿਲ ਦੇ ਵਿੱਚ ਵੀ ਪ੍ਰਭੂ ਦੀ ਫਸਲ ਛਾਇਆ ਕਰੇਗਾ। ਉਸੇ ਤਰ੍ਹਾਂ ਅਸੀਂ ਪ੍ਰਭੂ ਦਾ ਚੇਲਾ ਬਣ ਸਕਦਾ ਹੈ। ਦੂਸਰੀ ਗੱਲ ਹੈ, ਅਸੀਂ ਇੱਥੇ ਵੇਖਦੇ ਹਾਂ ਪ੍ਰਭੂ ਯਿਸੂ ਕੀ ਕੀਤਾ ਸੀ। ਇਸ ਪੈਰਾਗ੍ਰਾਫ ਦਾ ਟਾਈਟਲ ਹੀ ਪ੍ਰਭੂ ਯਿਸੂ ਖੁਸ਼ ਹੋਣਾ ਲਿਖਾ ਹੈ। ਸੋ ਦੂਸਰਾ ਕਦਮ ਇਹ ਹੈ ਕਿ ਪ੍ਰਭੂ ਯਿਸੂ ਦੇ ਚੇਲੇ ਬਣਨ ਦੇ ਨਾਲ ਨਾਲ ਅਸੀਂ ਇੱਕ ਧੰਨਵਾਦ ਭਰੀ ਜੀਵਨ ਗੁਜ਼ਾਰਨਾ। ਹਰ ਟਾਈਮ ਖੁਦਾ ਦਾ ਧੰਨਵਾਦ ਕਰਦੇ ਰਹਿਣਾ। ਹੁਣ ਦੇਖੋ ਅੱਜ ਦੀ ਅੰਜੀਲ ਦਾ, ਸੰਤ ਲੂਕਾ ਦੀ ਅੰਜੀਲ ਦਾ 10 ਅਧਿਆਏ ਦਾ 22ਵਾਂ ਐਤ ਕੀ ਸਾਨੂੰ ਸਿਖਾਉਂਦਾ ਹੈ। 22ਵਾਂ ਐਤ ਵਿੱਚ ਲਿਖਾ ਹੈ ਕਿ ਪ੍ਰਭੂ ਯਿਸੂ ਪ੍ਰਾਰਥਨਾ ਕਰਦੇ ਹੋਏ ਕਿਹਾ ਕਿ ਮੇਰੇ ਪਿਤਾ ਨੇ ਮੈਨੂੰ ਸਭ ਕੁਝ ਦੇ ਦਿੱਤਾ ਹੈ। ਇਹ ਹੈ ਵਿਸ਼ਵਾਸ ਪ੍ਰਭੂ ਯਿਸੂ ਦਾ। ਇਸ ਲਈ ਪ੍ਰਭੂ ਯਿਸੂ ਖੁਦਾ ਦਾ ਧੰਨਵਾਦ ਕਰਦਾ ਹੈ। ਪ੍ਰਭੂ ਯਿਸੂ ਚੇਲਿਆਂ ਦੇ ਜੋ ਸਫਲਤਾ ਸੀ, ਉਹ ਸਫਲਤਾ ਆਪਣੇ ਵੱਲ ਨਹੀਂ ਲੈ ਕੇ ਆਇਆ। ਉਸ ਸਫਲਤਾ ਨੂੰ ਪ੍ਰਭੂ ਖੁਦਾ ਬਾਪ ਦੇ ਵੱਲ ਇਸ਼ਾਰਾ ਕਰਦਾ ਹੈ ਕਿ ਇਹ ਖੁਦਾ ਬਾਪ ਦੇ ਫਜ਼ਲ ਦੇ ਰਾਹੀਂ ਖੁਦਾ ਬਾਪ ਨੇ ਇਹਨਾਂ ਪੈਦਾ ਨੂੰ ਇਸ ਸਾਧਾਰਨ ਲੋਕਾਂ ਉੱਤੇ ਪ੍ਰਗਟ ਕਰਨ ਦੇ ਨਾਲ ਹੀ ਹੋਇਆ ਹੈ। ਤੇ ਪ੍ਰਭੂ ਕਹਿੰਦਾ ਹੈ ਕਿ ਜੋ ਕੁਝ ਮੇਰੇ ਕੋਲ ਹੈ ਉਹ ਸਭ ਮੇਰੇ ਪਿਤਾ ਨੇ ਦਿੱਤਾ ਹੈ। ਸੋ ਜਦੋਂ ਅਸੀਂ ਆਪਣੇ ਜੀਵਨ ਦੇ ਕੁਝ ਵੀ, ਆਪਣਾ ਧਨ ਦੌਲਤ ਹੋਵੇ, ਭੈਣ ਭਰਾ ਹੋਵੇ, ਰਿਸ਼ਤੇਦਾਰ ਹੋਵੇ, ਦੋਸਤ ਹੋਵੇ, ਕੰਮਕਾਜ ਹੋਵੇ, ਉਹ ਸਭ ਖੁਦਾ ਵੱਲੋਂ ਮਿਲੇ ਦਾਨ ਦੇ ਰੂਪ ਵਿੱਚ, ਦਾਤ ਦੇ ਰੂਪ ਵਿੱਚ ਸਵੀਕਾਰ ਕਰੋਗੇ ਤਾਂ ਅਸੀਂ ਹਮੇਸ਼ਾ ਧੰਨਵਾਦ ਕਰਦੇ ਰਹੋਗੇ। ਮੈਂ ਇੱਕ ਛੋਟਾ ਆਈਡੀਆ ਤੁਹਾਨੂੰ ਦੱਸਾਂਗਾ ਖੁਦਾ ਨੂੰ ਧੰਨਵਾਦ ਕਰਨ ਦਾ ਤਰੀਕਾ। ਅਸੀਂ ਕਦੀ ਵੀ ਆਪਣੇ ਪਰਿਵਾਰ ਦੇ ਵਿੱਚ ਇੱਕ ਦੂਜੇ ਨੂੰ ਧੰਨਵਾਦ ਨਹੀਂ ਕਰਦਾ। ਜਦੋਂ ਤੁਸੀਂ ਬੈਠੇ ਹੋ, ਤੁਹਾਨੂੰ ਕੋਈ ਇੱਕ ਗਲਾਸ ਪਾਣੀ ਪਿਲਾਉਂਦਾ ਹੈ, ਕੀ ਅਸੀਂ ਧੰਨਵਾਦ ਕਰਦਾ ਹੈ ਉਹਨਾਂ ਨੂੰ?
ਜੇਕਰ ਉਹ ਖਾਸ ਕਰਕੇ ਤੁਹਾਡੇ ਜੀਵਨ ਸਾਥੀ ਹੋ ਜਾਂ ਬੱਚੇ ਹੋ ਜਾਂ ਤੁਹਾਡੇ ਤੋਂ ਛੋਟੇ ਹੋ, ਅਸੀਂ ਬਿਲਕੁਲ ਧੰਨਵਾਦ ਨਹੀਂ ਕਰਦਾ। ਉਹ ਧੰਨਵਾਦ ਕਰਨਾ ਸਾਡੇ ਜੀਵਨ ਦੇ ਵਿੱਚ ਇੱਕ ਓਫੀਸ਼ੀਅਲ ਕੰਮ ਦੀ ਜੈਸਾ ਹੋ ਗਿਆ। ਇਸ ਲਈ ਅਸੀਂ ਧੰਨਵਾਦ ਭਰੇ ਦਿਲ ਨਾਲ ਉਹਨਾਂ ਨੂੰ ਵੇਖਦਾ ਵੀ ਨਹੀਂ ਹੈ। ਅਸੀਂ ਸੋਚਦਾ ਹੈ ਕਿ ਮੈਨੂੰ ਪਾਣੀ ਪਿਲਾਉਣਾ ਉਹਨਾਂ ਦਾ ਕਰਤੱਵ ਹੈ, ਫਰਜ਼ ਹੈ, ਉਹਨਾਂ ਨੇ ਆਪਣਾ ਡਿਊਟੀ ਪੂਰਾ ਕੀਤਾ, ਮੈਂ ਕਿਉਂ ਉਹਨਾਂ ਨੂੰ ਧੰਨਵਾਦ ਕਰਨਾ। ਭਲੇ ਅਸੀਂ ਇੱਕ ਦੁਕਾਨ 'ਤੇ ਜਾ ਕੇ ਪੈਸਾ ਖਰਚ ਕੇ ਕੋਈ ਵੀ ਚੀਜ਼ ਖਰੀਦਦੇ ਹੋ, ਅਸੀਂ ਉਸ ਦੁਕਾਨਦਾਰ ਨੂੰ ਵੀ ਧੰਨਵਾਦ ਕਰਨਾ ਚਾਹੀਦਾ ਹੈ। ਉਹ ਚੀਜ਼ ਤੁਹਾਨੂੰ ਵੇਚਣ ਦਾ ਮਨ ਉਹਨਾਂ ਨੇ ਬਣਾਇਆ, ਉਹਨਾਂ ਦੇ ਪਿੱਛੇ ਕੋਈ ਵੀ ਕਾਰਨ ਹੋ ਸਕਦਾ ਹੈ, ਪਰ ਉਸ ਕੰਮ ਦੇ ਲਈ ਅਸੀਂ ਉਸ ਦੁਕਾਨਦਾਰ ਨੂੰ ਧੰਨਵਾਦ ਕਰ ਸਕਦਾ ਹੈ। ਉਸੇ ਤਰ੍ਹਾਂ ਜਦੋਂ ਅਸੀਂ ਆਪਣੇ ਜੀਵਨ ਦੇ ਵਿੱਚ ਇੱਕ ਵਿਅਕਤੀ ਨੂੰ ਧੰਨਵਾਦ ਕਰਕੇ ਆਗੇ ਵਧੋਗੇ, ਸਾਡੇ ਆਤਮਿਕ ਜੀਵਨ ਦੇ ਵਿੱਚ ਵੀ ਸਾਨੂੰ ਇਹ ਆਦਤ ਹੋਵੇਗਾ ਕਿ ਅਸੀਂ ਹਰ ਘੜੀ ਪ੍ਰਭੂ ਖੁਦਾ ਦਾ ਧੰਨਵਾਦ ਕਰੇ। ਇਸ ਲਈ ਅਸੀਂ ਇਹ ਸਮਝਣਾ ਹੈ, ਜੋ ਕੁਝ ਵੀ ਮੇਰੇ ਜੀਵਨ ਦੇ ਵਿੱਚ ਹੈ ਉਹ ਮੇਰਾ ਕਮਾਈ ਨਹੀਂ, ਉਹ ਖੁਦਾ ਵੱਲੋਂ ਮੈਨੂੰ ਮਿਲੇ ਖੁਦਾ ਦਾ ਦਾਨ ਹੈ। ਤੀਸਰੀ ਗੱਲ ਜੋ ਸਾਨੂੰ ਸਦਾ ਖੁਸ਼ ਰਹਿਣ ਦੇ ਲਈ ਮਦਦਗਾਰ ਸਾਬਿਤ ਹੋ ਸਕਦਾ ਹੈ, ਉਹ ਇਹ ਹੈ ਕਿ ਅਸੀਂ ਹਲੀਮ ਅਤੇ ਸਧਾਰਨ ਰਹਿਣਾ ਚਾਹੀਦਾ ਹੈ। ਜਿੰਨੇ ਵੀ ਅਸੀਂ ਉੱਚੇ ਪਦਵੀ ਵਿੱਚ ਹੋ, ਭਲੇ ਅਸੀਂ ਇਹ ਪੂਰੇ ਦੁਨੀਆ ਦੇ ਰਾਜਾ ਵੀ ਹੋਣ, ਜਦੋਂ ਤੱਕ ਸਾਡੇ ਮਨ ਦੇ ਵਿੱਚ ਉਹ ਹਲੀਮੀ ਨਹੀਂ, ਤਾਂ ਅਸੀਂ ਕਦੀ ਵੀ ਖੁਸ਼ ਨਹੀਂ ਰਹਿ ਸਕੋਗੇ। ਕਿਉਂਕਿ ਵਚਨ ਵੀ ਕਹਿੰਦਾ ਹੈ, ਕੁਰਿੰਥੀਸ ਦੇ ਨਾਮ ਤੇ ਲਿਖੇ ਗਏ ਪਹਿਲਾ ਪੱਤਰ ਉਹਦਾ 4 ਅਧਿਆਏ ਦਾ 7ਵਾਂ ਐਤ ਸਾਨੂੰ ਸਿਖਾਉਂਦਾ ਹੈ। ਉਹਦੇ ਵਿੱਚ ਲਿਖਾ ਹੈ ਕਿ ਤੈਨੂੰ ਕਿਸ ਨੇ ਦੂਜਿਆਂ ਨਾਲੋਂ ਉੱਚਾ ਕੀਤਾ ਹੈ? ਤੇਰੇ ਕੋਲ ਜੋ ਕੁਝ ਹੈ ਉਹ ਤੈਨੂੰ ਕਿਸ ਕੋਲੋਂ ਮਿਲਿਆ ਹੈ? ਫਿਰ ਜੇਕਰ ਸਭ ਕੁਝ ਦਾਨ ਦੇ ਤੌਰ ਤੇ ਮਿਲਿਆ ਹੈ ਤਾਂ ਇਸ ਤੇ ਖਮੰਡ ਕਿਉਂ ਕਰਦੇ ਹੋ? ਸੰਤ ਪੌਲਸ ਕਲੀਸਿਆ ਨੂੰ ਸਿਖਾਉਂਦਾ ਹੈ। ਸੰਤ ਪੌਲਸ ਕਹਿੰਦਾ ਕਿ ਤੇਰੇ ਕੋਲ ਜੋ ਕੁਝ ਹੈ ਉਹ ਤੈਨੂੰ ਕਿਸ ਕੋਲੋਂ ਮਿਲਿਆ ਹੈ? ਜੇਕਰ ਉਹ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਕਮਾਈ ਹੈ ਤੇ ਅਸੀਂ ਖਮੰਡ ਕਰ ਸਕਦਾ ਹੈ। ਅਗਰ ਉਹ ਤੁਸੀਂ ਪ੍ਰਾਪਤ ਕਰਨ ਦੇ ਵਿੱਚ ਤੁਹਾਡਾ 1 ਸੈਕਿੰਡ ਦਾ ਵੀ ਮਿਹਨਤ ਨਹੀਂ ਹੈ, ਉਹ ਖੁਦਾ ਦਾ ਦੇਣ ਹੈ, ਤਾਂ ਅਸੀਂ ਕਦੀ ਵੀ ਖਮੰਡ ਨਹੀਂ ਕਰ ਸਕਦਾ। ਸਾਡੇ ਜੀਵਨ ਜੋ ਕੁਝ ਵੀ ਸਾਡੇ ਕੋਲ ਹੈ, ਸਾਡੇ ਸਿਹਤ, ਸਾਡੇ ਮਾਂ-ਬਾਪ, ਰਿਸ਼ਤੇਦਾਰਾਂ, ਜੋ ਕੋਈ ਵੀ ਸਾਡੇ ਜੀਵਨ ਦੇ ਵਿੱਚ ਆਇਆ, ਉਹ ਕੋਈ ਵੀ ਸਾਡੇ ਕਮਾਈ ਨਹੀਂ ਹੈ। ਸਾਡੇ ਕਮਾਈ ਸਿਰਫ ਸਾਡੀਆਂ ਕਮਜ਼ੋਰੀਆਂ ਤੇ ਸਾਡੀਆਂ ਗੁਨਾਹਾਂ, ਸਿਰਫ ਇਹੀ ਸਾਡੀ ਕਮਾਈ ਹੈ। ਬਾਕੀ ਜੋ ਕੁਝ ਵੀ ਸਾਡੇ ਕੋਲ ਹੈ ਉਹ ਖੁਦਾ ਵੱਲੋਂ ਸਾਡੀ ਦੇਣ ਹੈ। ਅਸੀਂ ਕਦੀ ਵੀ ਇਸ ਧਰਤੀ ਉੱਤੇ ਜਨਮ ਲੈਣ ਦੇ ਲਈ ਕਿਸੇ ਨੂੰ ਪੈਸਾ ਦਿੱਤਾ ਨਹੀਂ, ਨਾ ਅਸੀਂ ਕਿਸੇ ਨੂੰ ਹੁਕਮ ਕੀਤਾ ਜਾਂ ਮੰਗਿਆ ਕਿ ਮੈਂ ਇਸ ਧਰਤੀ ਉੱਤੇ ਜਨਮ ਲੈਣਾ ਹੈ। ਉਹ ਖੁਦਾ ਦੇ ਪਿਆਰ ਸੀ ਕਿ ਖੁਦਾ ਸਾਨੂੰ ਇਸ ਧਰਤੀ ਉੱਤੇ ਜਨਮ ਦੇ ਦਿੱਤਾ। ਜੋ ਮਾਂ-ਬਾਪ ਸਾਡੇ ਦੇਖਭਾਲ ਕਰਕੇ ਸਾਨੂੰ ਵੱਡਾ ਕੀਤਾ, ਵੱਡਾ ਕਰ ਰਿਹਾ ਹੈ, ਉਹ ਵੀ ਖੁਦਾ ਵੱਲੋਂ ਦਿੱਤੇ ਗਏ ਫਰਿਸ਼ਤੇ ਹਨ। ਜੋ ਵੀ ਰਿਸ਼ਤੇਦਾਰ, ਦੋਸਤ ਸਾਡੇ ਕੋਲ ਹੈ, ਉਹ ਸਭ ਖੁਦਾ ਵੱਲੋਂ ਸਾਨੂੰ ਦਿੱਤੇ ਦਾਨ ਹਨ। ਸੋ ਅਸੀਂ ਕਿਹੜੇ ਗੱਲ 'ਤੇ ਖਮੰਡ ਕਰਨਾ ਹੈ? ਪਰ ਅੱਜ ਕੱਲ੍ਹ ਸਾਡੇ ਜੀਵਨ ਦੇ ਵਿੱਚ ਖਮੰਡ ਇੰਨੀ ਜ਼ਿਆਦਾ ਵੱਧ ਗਿਆ ਕਿ ਅਸੀਂ ਆਪਣੇ ਆਪ ਨੂੰ ਸਾਰਿਆਂ ਤੋਂ ਵੱਡਾ ਸਮਝਦਾ ਹੈ। ਭਲੇ 5 ਸਾਲ ਦਾ ਬੱਚੇ ਹੋਣ ਜਾਂ 50 ਸਾਲ ਦਾ ਵਿਅਕਤੀ ਹੋਣ, ਅਸੀਂ ਸਮਝਦਾ ਕਿ ਮੈਂ ਸਭ ਕੁਝ ਕਰ ਸਕਦਾ ਹਾਂ। ਜਦੋਂ ਤੱਕ ਅਸੀਂ ਬਿਮਾਰ ਨਹੀਂ ਹੁੰਦਾ, ਸਿਹਤਮੰਦ ਰਹਿੰਦੇ ਹੋ, ਤਾਂ ਉਹ ਖਮੰਡ ਸਾਡੇ ਦਿਮਾਗ ਦੇ ਵਿੱਚ ਹਮੇਸ਼ਾ ਰਹਿੰਦਾ ਹੈ। ਜਦੋਂ ਅਸੀਂ ਕਮਜ਼ੋਰ ਹੋ ਜਾਂਦਾ ਹੈ, ਅਸੀਂ ਕਿਸੇ ਦੇ ਮਦਦ ਲਈ ਮੁੜਦਾ ਹੈ, ਨਹੀਂ ਤਾਂ ਨਾ ਕਦੀ ਅਸੀਂ ਖੁਦਾ ਵੱਲ ਮੁੜਦਾ ਹੈ, ਨਾ ਕਦੀ ਅਸੀਂ ਆਪਣੇ ਭੈਣ ਭਰਾਵਾਂ ਵੱਲ ਮੁੜਦਾ ਹੈ ਜੋ ਲੋੜਵੰਦਾਂ ਹਨ। ਇਸ ਲਈ ਪ੍ਰਭੂ ਕਹਿੰਦਾ ਹੈ ਕਿ ਅਸੀਂ ਹਲੀਮ ਅਤੇ ਸਧਾਰਨ ਜੀਵਨ ਗੁਜ਼ਾਰਨਾ ਚਾਹੀਦਾ ਹੈ। ਚੇਲਿਆਂ ਨੂੰ ਦੇਖ ਲਓ, ਚੇਲੇ ਕੁਝ ਵੀ ਉਹਨਾਂ ਦੇ ਨਾਲ ਲੈ ਕੇ ਨਹੀਂ ਗਿਆ। ਜੋ ਕੁਝ ਵੀ ਉਹਨਾਂ ਦਾ ਗਿਆਨ ਹੈ ਉਹ ਸਭ ਖੁਦਾ ਦੇ ਦਾਨ ਸਮਝ ਕੇ ਉਹਨਾਂ ਨੇ ਆਪਣੇ ਪੂਰੇ ਜ਼ਿੰਦਗੀ ਭਰ ਉਹਨਾਂ ਨੂੰ ਇਸਤੇਮਾਲ ਕੀਤਾ। ਇਸ ਲਈ
ਹਲੀਮੀ ਅਤੇ ਸਧਾਰਨ ਜੀਵਨ ਗੁਜ਼ਾਰਨ ਦੇ ਰਾਹੀਂ ਅਤੇ ਧੰਨਵਾਦ ਹਮੇਸ਼ਾ ਕਰਨ ਦੇ ਰਾਹੀਂ ਅਸੀਂ ਪ੍ਰਭੂ ਦਾ ਚੇਲਾ ਬਣ ਸਕਦਾ ਹੈ ਅਤੇ ਪ੍ਰਭੂ ਦਾ ਚੇਲਾ ਬਣ ਕੇ ਅਸੀਂ ਆਪਣੇ ਜੀਵਨ ਦੇ ਵਿੱਚ ਖੁਸ਼ ਰਹਿ ਸਕਦਾ ਹੈ। ਇਹ ਤਿੰਨ ਗੱਲਾਂ ਹੈ। ਇਹਦੇ ਨਾਲ ਨਾਲ ਅਸੀਂ ਇੱਕ ਹੋਰ ਗੱਲ ਨੂੰ ਆਪਣੇ ਜੀਵਨ ਦੇ ਵਿੱਚ ਲੈ ਕੇ ਆਉਣਾ ਹੈ। ਜਦੋਂ ਅਸੀਂ ਖੁਦਾ ਦਾ ਚੇਲਾ ਬਣਦਾ ਹੈ, ਸਾਡਾ ਮੁੱਖ ਉਦੇਸ਼ ਕੀ ਹੋਣਾ ਚਾਹੀਦਾ ਹੈ? ਖੁਦਾ ਦਾ ਚੇਲਾ ਬਣਨ ਦਾ ਮਤਲਬ ਕਿ ਇਹ ਹੈ ਕਿ ਅਸੀਂ ਖੁਦਾ ਬਾਰੇ ਜਾਣਨਾ ਜਾਂ ਖੁਦਾ ਨੂੰ ਅਨੁਭਵ ਕਰਨਾ। ਜਾਣਨਾ ਅਤੇ ਅਨੁਭਵ ਕਰਨਾ, ਉਹਦੇ ਵਿੱਚ ਫਰਕ ਹੈ। ਜਾਣਨਾ ਤੋਂ ਅਸੀਂ ਬਾਈਬਲ ਉਠਾਓ, ਪੜ੍ਹੋ, ਜਾਂ ਕਿਸੇ ਗਿਆਨੀ ਕੋਲ ਚਲੇ ਜਾਓ, ਉਹਨਾਂ ਨੂੰ ਖੁਦਾ ਦੇ ਬਾਰੇ ਪੁੱਛੋ, ਗਿਆਨ ਪ੍ਰਾਪਤ ਹੋ ਸਕਦਾ ਹੈ। ਪਰ ਖੁਦਾ ਨੂੰ ਅਨੁਭਵ ਕਰਨ ਦੇ ਲਈ ਅਸੀਂ ਖੁਦਾ ਕੋਲ ਹੀ ਜਾ ਸਕਦਾ ਹੈ। ਕਿਉਂ? ਅਸੀਂ ਇਹ ਕਹਿ ਸਕਦਾ ਨਾ ਕਿ ਆਪਣੇ ਜੀਵਨ ਸਾਥੀ ਦੇ ਬਾਰੇ ਕਿ ਮੈਂ ਉਹਨਾਂ ਨੂੰ ਜਾਣਦਾ ਹਾਂ। ਉਹ ਜਾਣਨ ਦੇ ਵਿੱਚ ਉਹ ਇੱਕ ਅਨੁਭਵ ਦਾ ਹੈ, ਇੱਕ ਗੱਲ ਹੈ। ਅਸੀਂ ਉਸ ਵਿਅਕਤੀ ਦੇ ਗੁਣਾਂ ਨੂੰ, ਕਮੀਆਂ ਨੂੰ, ਉਹਨਾਂ ਦੇ ਨਾਲ ਜੀਵਨ ਗੁਜ਼ਾਰਦੇ ਹੋਏ ਅਨੁਭਵ ਕੀਤਾ ਹੈ। ਉਸ ਦੇ ਬਾਰੇ ਤੁਸੀਂ ਬੋਲਦਾ ਹੈ ਮੈਂ ਉਹਨਾਂ ਨੂੰ ਜਾਣਦਾ ਹਾਂ, ਪਰ ਇਹ ਜਾਣਕਾਰੀ ਨਹੀਂ ਹੈ। ਜਦੋਂ ਮੈਂ ਤੁਹਾਨੂੰ ਕਹਿਣਾ ਖੁਦਾ ਦੇ ਬਾਰੇ ਜਾਣਨਾ, ਉਹ ਜਾਣਕਾਰੀ ਕਿਤਾਬਾਂ ਵਿੱਚੋਂ ਜਾਂ ਪ੍ਰਚਾਰਾਂ ਵਿੱਚੋਂ ਤੁਹਾਨੂੰ, ਮੇਰੇ ਸ਼ਬਦ ਰਾਹੀਂ ਤੁਹਾਨੂੰ ਮਿਲਣ ਵਾਲਾ ਗਿਆਨ ਹੈ। ਪਰ ਜੋ ਗਿਆਨ ਖੁਦਾ ਸਾਡੇ ਉੱਤੇ ਪ੍ਰਗਟ ਕਰਦਾ ਹੈ, ਖੁਦਾ ਨੂੰ ਅਨੁਭਵ ਕਰਨ ਦਾ ਉਹ ਫਜ਼ਲ ਹੈ। ਉਸ ਦੇ ਲਈ ਅਸੀਂ ਖੁਦਾ ਦੇ ਨਾਲ ਰਹਿਣਾ ਜ਼ਰੂਰੀ ਹੈ। ਸੋ ਜਿਹੜੇ ਵਿਅਕਤੀ ਹਮੇਸ਼ਾ ਖੁਦਾ ਦੇ ਨਾਲ ਰਹਿੰਦਾ ਹੈ, ਉਹ ਵਿਅਕਤੀ ਆਪਣੇ ਜੀਵਨ ਦੇ ਵਿੱਚ ਹਮੇਸ਼ਾ ਖੁਸ਼ ਰਹੇਗਾ, ਉਹ ਵੀ ਪਵਿੱਤਰ ਆਤਮਾ ਵਿੱਚ ਖੁਸ਼ ਰਹੇਗਾ। ਈਸਾਈ ਧਰਮ ਦੇ ਮੁਤਾਬਿਕ ਖੁਸ਼ ਰਹਿਣ ਦਾ ਮਤਲਬ ਹੈ ਸ਼ਾਂਤਮਈ ਜੀਵਨ ਗੁਜ਼ਾਰਨਾ। ਖੁਸ਼ ਰਹਿਣ ਦਾ ਮਤਲਬ ਇਹ ਨਹੀਂ ਹੈ ਕਿ ਮੇਰੇ ਜੀਵਨ ਦੇ ਵਿੱਚ ਸਭ ਠੀਕ ਠਾਕ ਹੋਇਆ, ਬਿਲਕੁਲ ਨਹੀਂ। ਖੁਸ਼ ਰਹਿਣ ਦਾ ਮਤਲਬ ਇਹ ਹੈ ਕਿ ਭਲੇ ਮੇਰੇ ਜੀਵਨ ਦੇ ਵਿੱਚ ਦੁੱਖ ਹੋ, ਸੁੱਖ ਹੋ, ਮੈਂ ਸ਼ਾਂਤਮਈ ਜੀਵਨ ਗੁਜ਼ਾਰਾਂਗਾ, ਕਿਉਂਕਿ ਮੈਂ ਆਪਣੇ ਆਪ ਨੂੰ ਪ੍ਰਭੂ ਯੇਸੂ ਦਾ ਚੇਲਾ ਮੰਨਦਾ ਹਾਂ। ਸੋ ਜਦੋਂ ਅਸੀਂ ਇਸ ਗੱਲ ਨੂੰ ਆਪਣੇ ਅੰਦਰ ਲੈ ਕੇ ਆਵੋਗੇ ਅਤੇ ਇਸ ਗੱਲ ਉੱਤੇ ਵਿਚਾਰ ਕਰੋਗੇ, ਪ੍ਰਾਰਥਨਾ ਕਰੋਗੇ ਖੁਦਾ ਦੇ ਸਾਹਮਣੇ ਬੈਠ ਕੇ, ਤਾਂ ਅਸੀਂ ਸੱਚਮੁੱਚ ਖੁਦਾ ਦਾ ਚੇਲਾ ਬਣ ਸਕਦਾ ਹੈ। ਅਤੇ ਜਦੋਂ ਵੱਡੇ ਦਿਨ 'ਤੇ ਜਦੋਂ ਅਸੀਂ ਬਾਲਕ ਪ੍ਰਭੂ ਯੇਸੂ ਦੇ ਉਸ ਪਵਿੱਤਰ ਸਟੈਚੂ ਲੈ ਕੇ ਪ੍ਰਭੂ ਯੇਸੂ ਨੂੰ ਆਪਣੇ ਜੀਵਨ ਦੇ ਵਿੱਚ ਸਵੀਕਾਰ ਕਰੋਗੇ, ਉਸ ਸਮੇਂ ਉਹ ਬਾਲਕ ਪ੍ਰਭੂ ਯੇਸੂ ਸਾਨੂੰ ਦੇਖ ਕੇ ਮੁਸਕਰਾਏਗਾ, ਖੁਸ਼ ਹੋਵੇਗਾ ਅਤੇ ਖੁਦਾ ਬਾਪ ਦੀ ਧੰਨਵਾਦ ਕਰੇਗਾ, ਕਿਉਂਕਿ ਮੈਂ ਅਤੇ ਤੁਸੀਂ ਪ੍ਰਭੂ ਦੇ ਪਿਆਰ ਦੇ ਖਾਤਰ ਪ੍ਰਭੂ ਯੇਸੂ ਨੂੰ ਅਪਣਾਇਆ ਅਤੇ ਇੱਕ ਨੇਕ ਜ਼ਿੰਦਗੀ, ਹਲੀਮੀ ਜ਼ਿੰਦਗੀ ਗੁਜ਼ਾਰਨ ਦਾ ਫੈਸਲਾ ਕੀਤਾ। ਇਹ ਫੈਸਲੇ ਨੂੰ ਮੁਕੰਮਲ ਕਰਨ ਦੇ ਲਈ ਮਾਂ ਮਰੀਮ ਸਾਡੀ ਮਦਦ ਕਰੇ ਅਤੇ ਅਸੀਂ ਇਹ ਵਾਅਦਾ ਕਰਾਂਗਾ, ਭਲੇ ਇਹ ਆਮਦ ਦਾ ਦਿਨ ਸ਼ੁਰੂ ਹੋਏ ਨੂੰ 2-3 ਦਿਨ ਹੋ ਗਿਆ, ਪਰ ਫਿਰ ਵੀ ਅਸੀਂ ਅੱਜ ਤੋਂ ਲੈ ਕੇ ਕੋਸ਼ਿਸ਼ ਕਰਾਂਗੇ ਕਿ ਮੈਂ ਹਮੇਸ਼ਾ ਹਲੀਮੀ ਦੇ ਜੀਵਨ ਗੁਜ਼ਾਰਨ ਦੇ ਰਾਹੀਂ ਅਸੀਂ ਖੁਦਾ ਦੇ ਚੇਲੇ ਬਣ ਕੇ ਅਸੀਂ ਪ੍ਰਭੂ ਦੇ ਧੰਨਵਾਦ ਕਰਦੇ ਹੋਏ ਆਪਣਾ ਜੀਵਨ ਗੁਜ਼ਾਰਾਂਗੇ। ਸੋ ਉਸ ਦੇ ਲਈ ਇੱਕ ਹੋਰ ਵਾਰ ਤੁਸੀਂ ਇਹਨਾਂ ਗੱਲਾਂ ਨੂੰ ਯਾਦ ਰੱਖੋ। ਚੇਲੇ ਬਣਨ ਦੇ ਲਈ ਅਸੀਂ ਪ੍ਰਭੂ ਦੇ ਨਾਲ ਬੈਠਣਾ, ਪ੍ਰਭੂ ਦੇ ਸਾਹਮਣੇ ਬੈਠਣਾ। ਧੰਨਵਾਦ ਭਰੇ ਜੀਵਨ ਗੁਜ਼ਾਰਨ ਦੇ ਲਈ ਅਸੀਂ ਹਰ ਵਿਅਕਤੀ ਨੂੰ ਹਰ ਘਟਨਾ ਉੱਤੇ ਖੁਦਾ ਦਾ ਧੰਨਵਾਦ ਕਰਨਾ। ਹਲੀਮ ਅਤੇ ਸਧਾਰਨ ਜੀਵਨ ਗੁਜ਼ਾਰਨ ਦੇ ਲਈ ਅਸੀਂ ਕਦੀ ਵੀ ਘਮੰਡ ਨਹੀਂ ਕਰਨਾ, ਸਗੋਂ ਜੋ ਕੁਝ ਸਾਡੇ ਕੋਲ ਹੈ ਉਹ ਖੁਦਾ ਦਾ ਗਿਫਟ, ਦਾਨ ਸਮਝ ਕੇ ਸਵੀਕਾਰ ਕਰਨਾ ਅਤੇ ਖੁਦਾ ਦੇ ਅਨੁਭਵ ਕਰਨ ਦੇ ਲਈ ਅਸੀਂ ਹਰ ਦਿਨ ਖੁਦਾ ਦੇ ਨਾਲ ਮੁਲਾਕਾਤ ਕਰਦੇ ਰਹਿਣਾ। ਇਹਨਾਂ ਸਾਰੀਆਂ ਗੱਲਾਂ ਦੇ ਨਾਲ ਅਸੀਂ ਇਸ ਆਮਦ ਦੇ ਸਮੇਂ ਦੇ ਤਿਆਰੀ ਦੇ ਵਿੱਚ ਲੱਗੇ ਰਹੋਗੇ ਤਾਂ 25 ਦਸੰਬਰ ਨੂੰ ਕ੍ਰਿਸਮਸ ਦੇ ਦਿਨ, ਵੱਡੇ ਦਿਨ 'ਤੇ ਜਦੋਂ ਪ੍ਰਭੂ ਯੇਸੂ ਦਾ ਜਨਮ ਦਿਨ ਅਸੀਂ ਮਨਾਓਗੇ, ਪ੍ਰਭੂ ਯੇਸੂ ਸਾਨੂੰ ਦੇਖ ਕੇ ਖੁਸ਼ ਹੋਵੇਗਾ, ਤੁਹਾਨੂੰ ਦੇਖ ਕੇ ਖੁਸ਼ ਹੋਵੇਗਾ ਅਤੇ ਕਹੇਂਗੇ, ਹੇ ਖੁਦਾ ਬਾਪ, ਮੈਂ ਤੇਰਾ ਧੰਨਵਾਦ ਕਰਦਾ ਹਾਂ ਕਿਉਂਕਿ ਤੁਹਾਡਾ ਫਜ਼ਲ, ਤੁਹਾਡਾ ਭੇਦ ਇਹਨਾਂ ਛੋਟੇ ਛੋਟੇ ਹਲੀਮ ਸਧਾਰਨ ਲੋਕਾਂ 'ਤੇ ਤੂੰ ਪ੍ਰਗਟ ਕੀਤਾ। ਖੁਦਾ ਸਾਰਿਆਂ ਨੂੰ ਬਰਕਤ ਦੇਵੇ, ਬਾਪ, ਬੇਟਾ ਅਤੇ ਰੂਹ